ਧੰਨ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਪੀਤਰ ਵੱਗੈ ਕਾਤੀ। ਪ੍ਰਨਮਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਆਦਿ ਕਰੂੰ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਤਰੂੰ ਚਰਨਾਂ ਤਲ, ਜਾਊਂ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੇ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਜਾਊਂ ਸਦਾ ਗੁਰ ਕੋ ਬਲਿਹਾਰੀ। ਸ਼ਲੋਕ ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਬੇਸ਼ੁਮਾਰ ਅਥਾਹ ਅਗਣਤ ਅਤੁਲੈ, ਜਿਉ ਬਲਾਵਹੁ ਤਿਉ ਨਾਨਕ ਦਾਸ ਬੋਲੈ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ, ਤਿਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਿਰਾਜਮਾਨ ਸਨਮਾਨਯੋਗ ਸਾਧ ਸੰਗਤ ਜੀ, ਕੁਝ ਵੀ ਕਹਿਣ ਤੋਂ ਪਹਿਲਾਂ ਗੁਰੂ ਕੀ ਫਤਿਹ ਅਰਜ਼ ਕਰਦਾ। ਸਾਰੀਆਂ ਸੰਗਤਾਂ ਬੜੇ ਪਿਆਰ ਸਤਿਕਾਰ ਨਾਲ ਸੀਸ ਨਿਵਾ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਵੱਡੇ ਭਾਗ ਹਨ ਆਪ ਸੰਗਤਾਂ ਦੇ। ਹਫ਼ਤਾਵਾਰੀ ਹਰ ਐਤਵਾਰ ਦੀ ਤਰ੍ਹਾਂ ਸਜੇ ਹੋਏ ਸੁੰਦਰ ਦੀਵਾਨ ਵਿੱਚ ਆਪ ਸੰਗਤਾਂ ਜਿੱਥੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਰਵਣ ਕਰ ਰਹੇ ਸੀ, ਉੱਥੇ ਆਓ ਸਭ ਤੇ ਊਤਮ ਹਰ ਕੀ ਕਥਾ। ਨਾਮ ਸੁਣਤ ਦਰਦ ਦੁੱਖ ਲੱਥਾ ਦੇ ਮਹਾਂਵਾਕਾਂ ਅਨੁਸਾਰ ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤੇ ਨਿਕਟ ਨਾ ਆਵੈ ਦੇ ਮਹਾਂਵਾਕਾਂ ਅਨੁਸਾਰ ਕਥਾ ਜਿਸ ਧਰਤੀ ਤੋਂ ਦਾਸ ਆਇਆ ਹੈ, ਸੁਲਤਾਨਪੁਰ ਲੋਧੀ ਦੀ ਧਰਤੀ ਤੋਂ, ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਇਤਿਹਾਸ ਦੀ ਕਥਾ ਹੀ ਆਪਾਂ ਸ਼ਰਵਣ ਕਰਾਂਗੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਲਿਖਦੇ ਨੇ, ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ। ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ।
ਸਿੱਧ ਆਸਨ ਸਭ ਜਗਤ ਦੇ, ਨਾਨਕ ਆਦ ਮੱਤੇ ਜੇ ਕੋਆ। ਘਰ ਘਰ ਅੰਦਰ ਧਰਮਸਾਲ, ਹੋਵੈ ਕੀਰਤਨ ਸਦਾ ਵਸੋਆ। ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਆ। ਗੁਰਮੁਖ ਕਲ ਵਿੱਚ ਪ੍ਰਗਟ ਹੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਤਿਨ ਬੇਦੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ। ਸਭ ਸਿੱਖਣ ਕੋ ਸੁਖ ਦਏ, ਜਹ ਤੈ ਭਏ ਸਹਾਈ। ਜਿਸ ਵੇਲੇ ਧਰਤੀ ਤੇ ਪਾਪ ਉਪਦਰਵ ਵੱਧ ਗਏ ਸਨ, ਧਰਤੀ ਨੇ ਪੁਕਾਰ ਕੀਤੀ। ਅਕਾਲ ਪੁਰਖ ਦੇ ਸਨਮੁਖ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਲਿਖਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ, ਗੁਰ ਨਾਨਕ ਜਗ ਮਾਹੇ ਪਠਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਮਾਤ ਲੋਕ ਵਿੱਚ ਅਕਾਲ ਪੁਰਖ ਨੇ ਆਪਣਾ ਹੀ ਸਰਗੁਣ ਸਰੂਪ ਧਾਰਨ ਕਰਕੇ 1469 ਈਸਵੀ 1526 ਬਿਕਰਮੀ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਪਿਤਾ ਮਹਿਤਾ ਕਲਿਆਣ ਦਾਸ ਜੀ, ਮਾਤਾ ਤ੍ਰਿਪਤਾ ਜੀ ਦੇ ਗ੍ਰਹਿ ਵਿਖੇ ਰਾਏ ਭੋਈ ਦੀ ਤਲਵੰਡੀ ਪਹਿਲਾ ਨਾਮ ਹੈ। ਜਦੋਂ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਮਹਾਰਾਜ ਜੀ ਦੇ ਅਵਤਾਰ ਹੋਣ ਨਾਲ, ਨਾਮਕਰਨ ਕਰਨ ਨਾਲ ਨਗਰ ਦਾ ਨਾਮ ਬਦਲ ਗਿਆ, ਨਨਕਾਣਾ ਸਾਹਿਬ ਪੈ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਬਚਪਨ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਗੁਜ਼ਰਿਆ। ਗੁਰੂ ਜੀ ਨੇ ਬਚਪਨ ਦੇ ਬੜੇ ਬੜੇ ਚੋਜ ਨਨਕਾਣਾ ਸਾਹਿਬ ਜੀ ਦੀ ਧਰਤੀ ਤੇ ਕੀਤੇ। ਜੇ ਗੋਪਾਲ ਪਾਂਧੇ ਦੇ ਪਾਸ ਪਿਤਾ ਜੀ ਨੇ ਪੜ੍ਹਨੇ ਪਾਇਆ ਤੇ ਗੋਪਾਲ ਪਾਂਧੇ ਨੂੰ ਪੜ੍ਹਾ ਕੇ ਆਏ। ਜੇ ਪਰੋਹਤ ਹਰਦਿਆਲ ਨੇ ਗੁਰੂ ਨਾਨਕ ਜੀ ਦੇ ਨਾਮਕਰਨ ਕੀਤੇ ਤੇ ਮਨ ਵਿੱਚ ਕੀ ਖਿਆਲ ਸੀ ਕਿ ਵੱਡੇ ਹੋ ਕੇ ਮੈਨੂੰ ਕੁਝ ਗਿਆਨ ਬਖਸ਼ਿਸ਼ ਕਰਨਗੇ। ਤੇ ਜਿਸ ਵੇਲੇ ਪਿਤਾ ਜੀ ਨੇ ਜਨੇਊ ਪਾਉਣ ਵਾਸਤੇ ਤਿਆਰੀ ਕੀਤੀ ਤੇ ਆਪ ਜੀ ਨੇ ਆਖਿਆ, ਇਹ ਕੱਚੇ ਧਾਗੇ ਦਾ ਜਨੇਊ ਨਹੀਂ ਪਾਉਣਾ। ਕਿਹੜਾ ਜਨੇਊ ਪਾਉਣਾ ਹੈ? ਦਇਆ ਕਪਾਹ ਸੰਤੋਖ ਸੂਤ, ਜਤ ਗੰਢੀ ਸਤ ਵੱਟ। ਇਹੋ ਜਨੇਊ ਜੀ ਕਾ ਹਈ ਤਾਂ ਭਾਂਡੇ ਘੱਤ। ਜੇ ਇਹ ਜਨੇਊ ਹੈ ਤੇ ਤੁਸੀਂ ਪਾ ਦਿਓ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਚਪਨ ਦੇ ਬੜੇ ਬੜੇ ਚੋਜ ਕੀਤੇ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਤਿਕਾਰਯੋਗ ਪਿਤਾ ਜੀ ਗਥਾਵਾਂ ਤੋਂ ਆਪ ਜੀ ਵਾਕਫ ਹੋ, ਜਿਸ ਵੇਲੇ ਗਾਈਆਂ ਮੱਝੀਆਂ ਚਾਰਨ ਵਾਸਤੇ ਭੇਜਿਆ ਤੇ ਆਪ ਜੀ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੇ। ਇੱਕ ਦਿਨ ਦਾ ਜ਼ਿਕਰ ਹੈ। ਸੋ ਇੱਕ ਜ਼ਿਮੀਂਦਾਰ ਦਾ ਖੇਤ ਗਾਈਆਂ ਮੱਝੀਆਂ ਚਰ ਗਈਆਂ। ਰਾਏ ਬਲਾਰ ਰਾਜਾ ਸੀ ਉੱਥੋਂ ਦਾ, ਉਸ ਦੇ ਪਾਸ ਸ਼ਿਕਾਇਤ ਕੀਤੀ। ਗੁਰੂ ਨਾਨਕ ਦੇਵ ਜੀ ਦੇ ਸਤਿਕਾਰਯੋਗ ਪਿਤਾ ਮਹਿਤਾ ਕਲਿਆਣ ਦਾਸ ਜੀ ਪਟਵਾਰੀ ਸਨ। ਸੋ ਰਾਏ ਬਲਾਰ ਨੇ ਪਟਵਾਰੀ ਜੀ ਨੂੰ ਬੁਲਾਇਆ, ਗੁਰੂ ਨਾਨਕ ਜੀ ਨੂੰ ਬੁਲਾਇਆ। ਮਹਾਰਾਜ ਜੀ ਨੇ ਆਖਿਆ, ਆਪਣੇ ਕਾਮੇ ਭੇਜ ਕੇ ਪਤਾ ਲਓ ਕਿਤਨਾ ਕੁ ਨੁਕਸਾਨ ਹੋਇਆ ਹੈ। ਜਿਸ ਵੇਲੇ ਕਾਮੇ ਭੇਜੇ ਤਾਂ ਉਹ ਖੇਤ ਜਿਹੜਾ ਉਜੜਿਆ ਸੀ, ਗਾਈਆਂ ਮੱਝੀਆਂ ਨੇ ਖਾ ਕੇ ਉਹ ਹਰਿਆ ਭਰਿਆ, ਇੱਕ ਪੱਤਾ ਵੀ ਟੁੱਟਾ ਨਹੀਂ। ਆ ਕੇ ਦੱਸਿਆ ਰਾਏ ਬਲਾਰ ਰਾਜੇ ਨੂੰ, ਐ ਰਾਜਨ, ਇਹ ਤਾਂ ਜ਼ਿਮੀਂਦਾਰ ਝੂਠ ਬੋਲਦਾ ਹੈ, ਖੇਤ ਤਾਂ ਹਰਿਆ ਭਰਿਆ ਹੈ।
ਸੋ ਇਸ ਤਰ੍ਹਾਂ ਐਸੇ ਬੜੇ ਬੜੇ ਚੋਜ ਬਚਪਨ ਵਿੱਚ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਕੀਤੇ। ਕੁਝ ਵੱਡੇ ਹੋਏ, ਪਿਤਾ ਜੀ ਨੇ ਆਖਿਆ ਕੋਈ ਵਪਾਰ ਕਰੀਏ। ਵਪਾਰ ਕਰਨ ਦੇ ਵਾਸਤੇ 20 ਰੁਪਈਏ ਦਿੱਤੇ। ਭਾਈ ਬਾਲਾ ਜੀ ਨਾਲ ਗਏ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਚੂੜਕਾਣਾ ਮੰਡੀ ਵਿਖੇ ਭੁੱਖੇ ਸਾਧੂਆਂ ਸੰਤਾਂ ਨੂੰ ਜੋ ਲੰਗਰ ਛਕਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹੋ ਜਿਹੀ FD ਕਰਾ ਦਿੱਤੀ 20 ਰੁਪਈਆਂ ਦੀ। ਜੋ ਗੁਰੂ ਘਰਾਂ 'ਚ ਲੰਗਰ ਚੱਲਦੇ ਨੇ, ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਹੀ ਦਾਤ ਹੈ। ਕਈ ਬੇਸਮਝ ਲੋਕ ਆਖਦੇ ਨੇ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਕੋਈ ਸੰਤ ਨਹੀਂ ਹੋਇਆ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਸੰਤਾਂ ਨੂੰ ਨਾਨਕ ਪ੍ਰਕਾਸ਼ ਵਿੱਚ ਬੜੇ ਵਿਸਥਾਰ 'ਚ ਜ਼ਿਕਰ ਹੁੰਦਾ ਹੈ ਲੰਗਰ ਛਕਾਇਆ ਸੀ। ਉਹ ਨਾਮ ਦੇ ਰਸੀਏ ਸੰਤ ਸਨ, ਸਾਧੂ ਸਨ, ਕੋਈ ਚੋਰ ਨਹੀਂ ਸਨ। ਸੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਸ ਤਰੀਕੇ ਦੇ ਨਾਲ ਸਾਨੂੰ ਸਿੱਖਿਆਵਾਂ ਬਹੁਤ ਬਖਸ਼ਿਸ਼ ਕੀਤੀਆਂ। ਭਾਵੇਂ ਪਿਤਾ ਜੀ ਦੇ ਪਾਸੋਂ ਘਰ ਆ ਕੇ ਮੁਕਤੇ ਚਾਟਾਂ ਖਾਧੀਆਂ, ਪਰ ਮਹਾਰਾਜ ਜੀ ਨੇ ਇਹ ਲੰਗਰ ਦੀ ਪਰੰਪਰਾ ਕਾਇਮ ਕਰ ਦਿੱਤੀ। ਸੋ ਸਾਧ ਸੰਗਤ ਜੀ, ਬੇਬੇ ਨਾਨਕੀ ਜੀ ਜੋ 5 ਸਾਲ ਵੱਡੇ ਸਨ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਉਮਰ ਵਿੱਚ, ਸੁਲਤਾਨਪੁਰ ਲੋਧੀ ਦੀ ਧਰਤੀ ਵਿਖੇ ਭਾਈਆ ਜੈ ਰਾਮ ਜੀ ਨਾਲ ਵਿਆਹੇ ਹੋਏ ਸਨ। ਸੋ ਸਮੇਂ ਅਨੁਸਾਰ ਬੇਬੇ ਨਾਨਕੀ ਜੀ ਨੇ ਪਿਤਾ ਜੀ ਨਾਲ ਬਚਨ ਕਰਕੇ ਆਪਣੇ ਵੀਰ ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਲੈ ਆਂਦਾ। ਆਓ ਤੁਹਾਡੀਆਂ ਸੁਰਤੀਆਂ ਤੇ ਬਿਰਤੀਆਂ ਨੂੰ ਹੁਣ ਸੁਲਤਾਨਪੁਰ ਲੋਧੀ ਲੈ ਚਲੀਏ। ਉਸ ਧਰਤੀ ਤੇ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜੋ ਧਰਮ ਦੇ 3 ਸੁਨਹਿਰੀ ਅਸੂਲ ਨੇ, ਕਿਹੜੇ? ਕਿਰਤ ਕਰਨੀ ਧਰਮ ਦੀ, ਨਾਮ ਜਪਣਾ ਤੇ ਵੰਡ ਛਕਣਾ। ਇਹਨਾਂ 3 ਸੁਨਹਿਰੀ ਅਸੂਲਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਪ੍ਰੈਕਟੀਕਲ ਕਰਕੇ ਦਰਸਾਇਆ। ਯਾਦ ਰੱਖਿਓ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਸਿੱਖ ਪੰਥ ਦੇ ਇਹੋ ਜਿਹੇ ਰਹਿਬਰ ਹੋਏ ਨੇ, ਗੁਰੂ ਹੋਏ ਨੇ, ਪੀਰ ਔਲੀਏ ਹੋਏ ਨੇ, ਜਿਹੜੇ ਬਚਨ ਸਾਨੂੰ ਕਮਾਉਣ ਲਈ ਆਖੇ ਉਹਨਾਂ ਬਚਨਾਂ ਨੂੰ ਪਹਿਲਾਂ ਆਪ ਕਮਾਇਆ। ਗੁਰੂ ਨਾਨਕ ਦੇਵ ਜੀ ਨੇ ਆਖਿਆ ਨਹੀਂ ਕਿਰਤ ਕਰੋ ਧਰਮ ਦੀ, ਆਪ ਧਰਮ ਦੀ ਕਿਰਤ ਕੀਤੀ ਹੈ। ਗੁਰੂ ਜੀ ਨੇ ਵਿਚਾਰਿਆ ਕਿ ਭੈਣ ਦੇ ਘਰ ਰਹਿ ਕੇ ਲੰਮਾ ਸਮਾਂ ਲੰਗਰ ਪਾਣੀ ਛਕਣਾ ਠੀਕ ਨਹੀਂ ਹੁੰਦਾ, ਧਰਮ ਦੀ ਕਿਰਤ ਕਰਨੀ ਠੀਕ ਹੈ। ਸਾਨੂੰ ਸਿੱਖਿਆ ਦੇਣ ਦੇ ਵਾਸਤੇ ਗੁਰੂ ਮਹਾਰਾਜ ਜੀ ਨੇ ਆਪ ਧਰਮ ਦੀ ਕਿਰਤ ਕਿੱਥੇ ਕੀਤੀ? ਜਿੱਥੇ ਗੁਰਦੁਆਰਾ ਹੱਟ ਸਾਹਿਬ ਬਣਿਆ ਹੋਇਆ ਹੈ, ਮਹਾਰਾਜ ਜੀ ਨੇ ਉੱਥੇ ਹੱਟੀ ਸ਼ੌਪ ਕੀਤੀ। ਵਿਚਾਰ ਕਰੀਏ, ਗੁਰੂ ਨਾਨਕ ਜੀ ਤੇ ਰੱਬ ਨੇ, ਰੱਬ ਭਲਾ ਹੱਟੀਆਂ ਕਰਦਾ ਹੈ? ਨਹੀਂ, ਮਹਾਰਾਜ ਜੀ ਨੇ ਜਿਹੜੇ ਬਚਨ ਕਮਾਉਣ ਲਈ ਆਖੇ ਉਹ ਬਚਨ ਪਹਿਲਾਂ ਆਪ ਕਮਾਏ ਮਹਾਰਾਜ ਜੀ ਨੇ। ਗੁਰੂ ਜੀ ਨੇ ਆਖਿਆ ਨਹੀਂ ਧਰਮ ਦੀ ਕਿਰਤ ਕਰੋ। ਗੁਰੂ ਨਾਨਕ ਜੀ ਮਹਾਰਾਜ ਹੱਟੀ ਸ਼ੌਪ ਕਰਦੇ। ਸੋ ਨਵਾਬ ਦੌਲਤ ਖਾਂ ਸੀ ਸੁਲਤਾਨਪੁਰ ਲੋਧੀ ਦਾ ਨਵਾਬ, ਉਸ ਦੇ ਪਾਸੋਂ ਮੋਦੀ ਦੀ ਕਾਰ ਮਹਾਰਾਜ ਜੀ ਨੇ ਲੈ ਲਈ, ਮੋਦੀ ਖਾਨਾ ਕੀਤਾ। ਗੁਰੂ ਨਾਨਕ ਦੀ ਹੱਟੀ ਤੇ ਬੱਚਾ ਆਇਆ, ਜਵਾਨ ਆਇਆ, ਬਜ਼ੁਰਗ ਆਇਆ, ਮਰਦ ਆਇਆ, ਔਰਤ ਆਈ ਹੈ, ਛੂਛਾ ਨਹੀਂ ਗਿਆ, ਝੋਲੀਆਂ ਭਰ ਕੇ ਗਿਆ ਜੀ। ਇਹ ਘਰ ਗੁਰੂ ਨਾਨਕ ਦਾ ਘਰ ਹੈ। ਅੱਜ ਵੀ ਇਹ ਘਰੋਂ ਜਿਹੜਾ ਵੀ ਆਏਗਾ ਝੋਲੀਆਂ ਭਰ ਕੇ ਜਾਏਗਾ। ਇਹ ਦਰ ਤੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਊਹਾਂ ਸੱਚ ਹੋਵੇ। ਗੁਰੂ ਮਹਾਰਾਜ ਜੀ ਦਾ ਨੇਮ ਸੀ ਰੋਜ਼ ਵਹੀਂ 'ਚ ਇਸ਼ਨਾਨ ਕਰਦੇ ਮਹਾਰਾਜ ਜੀ। ਗੁਰੂ ਜੀ ਨੇ ਆਖਿਆ ਨਹੀਂ ਉੱਠ ਕੇ ਇਸ਼ਨਾਨ ਕਰੋ, ਆਪ ਇਸ਼ਨਾਨ ਕੀਤਾ ਹੈ। ਚੌਥੇ ਸਰੂਪ ਵਿੱਚ ਫਿਰ ਲਿਖਾ ਦਿੱਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਕੀ ਲਿਖਾਇਆ ਤੁਹਾਨੂੰ ਪਤਾ, ਰੋਜ਼ ਪੜ੍ਹਦੇ ਹੋ।
ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਆਪਾਂ ਗੁਰੂ ਦੇ ਸਿੱਖ ਅਖਾਨੇ ਆ ਨਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਕ ਪਾਪ ਦੋਖ ਲਹਿ ਜਾਵੈ। ਫਿਰ ਚੜੇ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਸ ਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ, ਤਿਸ ਗੁਰ ਸਿੱਖ ਕੀ ਜੋ ਆਪ ਜਪੈ, ਅਬ ਰਹਿ ਨਾਮ ਜਪਾਵੈ। ਗੁਰੂ ਜੀ ਰੋਜ਼ ਬਈ ਨਦੀ 'ਚ ਇਸ਼ਨਾਨ ਕਰਨ ਵਾਸਤੇ ਜਾਂਦੇ। ਜਿਸ ਬਈ 'ਚ ਇਸ਼ਨਾਨ ਕਰਦੇ ਨਾ ਮਹਾਰਾਜ ਜੀ, ਉਹ ਬਈ ਦਾ ਨਾਂ ਕੀ ਹੈ ਭਲਾ? ਕਾਲੀ ਬਈ। ਯਾਦ ਰੱਖਿਓ, ਗੁਰੂ ਨਾਨਕ ਜੀ ਆਏ ਹੀ ਸੰਸਾਰ ਤੇ ਕਾਲਿਆਂ ਨੂੰ ਉਜਲ ਕਰਨ ਵਾਸਤੇ ਨਹੀਂ। ਹਮ ਮੈਲੇ ਤੁਮ ਉਜਲ ਕਰਤੇ। ਗੁਰੂ ਨਾਨਕ ਦੇਵ ਜੀ ਦੇ ਚਰਨ ਪੈਣ ਨਾਲ ਉਹ ਬਈ ਕਾਲੀ ਬਈ ਨਹੀਂ ਰਹੀ, ਉਹ ਬਈ ਵੀ ਪੂਜਣ ਯੋਗ ਹੋ ਗਈ। ਸੋ ਗੁਰੂ ਜੀ ਜਿੱਥੇ ਇਸ਼ਨਾਨ ਕਰਦੇ, ਉਹ ਅਸਥਾਨ ਦਾ ਨਾਮ ਗੁਰਦੁਆਰਾ ਬੇਰ ਸਾਹਿਬ ਹੈ। ਉਸ ਪਾਵਨ ਪਵਿੱਤਰ ਅਸਥਾਨ ਤੇ ਬੇਰੀ ਲੱਗੀ ਹੋਈ ਹੈ। ਬੇਰੀ ਗੁਰੂ ਨਾਨਕ ਦੇਵ ਜੀ ਨੇ ਦਾਤਨ ਕਰਕੇ ਗੱਡ ਦਿੱਤੀ। ਆਖਿਆ ਸਾਡੀ ਯਾਦਗਾਰ ਰਹਿੰਦੀ ਦੁਨੀਆ ਤੱਕ ਰਹੇਗੀ। ਉਸ ਦੀ ਗਾਥਾ ਇੰਝ ਹੈ। ਮਲਸੀਹਾਂ ਦੇ ਰਹਿਣ ਵਾਲੇ ਭਾਈ ਭਗੀਰਥ ਜੀ, ਜੋ ਦੇਵੀ ਦੀ ਪੂਜਾ ਕਰਿਆ ਕਰਦੇ। ਮਲਸੀਹਾਂ ਤੋਂ ਅੱਗੇ ਨਕੋਦਰ ਹੈ। ਨਕੋਦਰ ਦੇ ਨਾਲ ਹੀ ਇਹ ਜੋ ਪਾਵਨ ਅਸਥਾਨ ਹੈ ਬਲੰਦਪੁਰੀ। ਇਹ ਬਲੰਦਪੁਰੀ ਮਹਾਂਪੁਰਸ਼ਾਂ ਦਾ ਜਿੱਥੇ ਹੈੱਡਕੁਆਟਰ ਹੈ, ਨਕੋਦਰ ਦੇ ਪਾਸ। ਦਾਸ ਨੂੰ ਇੱਕ ਬੇਰ ਅਸਥਾਨ ਦੇ ਸੁਭਾਗ ਸਮਾਂ ਸੋ ਦੀਦਾਰੀ ਕਰਨ ਦਾ ਪ੍ਰਾਪਤ ਹੋਇਆ। ਮਹਾਂਪੁਰਸ਼ਾਂ ਦੀ ਬੜੀ ਕਮਾਈ ਹੈ। ਸੋ ਉਹਨਾਂ ਨੇ ਇਸ ਅਸਥਾਨ 'ਤੇ ਵੀ ਇਹ ਸਿੱਖੀ ਦੇ ਪ੍ਰਚਾਰ ਦੇ ਵਾਸਤੇ ਜੋ ਕੇਂਦਰ ਖੋਲ੍ਹਿਆ ਹੈ। ਆਓ ਸੋ ਮਸੀਹਾਂ ਦੇ ਰਹਿਣ ਵਾਲੇ ਭਾਈ ਭਗੀਰਥ ਜੀ ਦੇਵੀ ਦੀ ਪੂਜਾ ਕਰਿਆ ਕਰਦੇ। ਜਦੋਂ ਉਪਾਸ਼ਨਾ ਪੂਰੀ ਹੋ ਗਈ, ਦੇਵੀ ਪ੍ਰਗਟ ਹੋਈ। ਆਖਿਆ ਭਗਤਾ ਜੋ ਮੰਗਣਾ ਮੰਗ ਲੈ। ਤੇ ਕੀ ਮੰਗਿਆ? ਮੁਕਤੀ ਦੀ ਦਾਤ ਦੇ ਦਿਓ। ਦੇਵੀ ਨੇ ਆਖਿਆ ਸੰਸਾਰੀ ਪਦਾਰਥ ਮਾਇਆ ਦੁੱਧ ਪੁੱਤ ਜੋ ਚਾਹੀਦਾ ਲੈ ਲੈ, ਮੁਕਤੀ ਨਹੀਂ ਮੈਂ ਦੇ ਸਕਦੀ। ਭਾਈ ਭਗੀਰਥ ਜੀ ਕਹਿੰਦੇ ਮੈਨੂੰ ਤੇ ਮੁਕਤੀ ਚਾਹੀਦੀ ਹੈ। ਉਸ ਵੇਲੇ ਦੇਵੀ ਨੇ ਕੀ ਆਖਿਆ, ਜੇ ਮੁਕਤੀ ਲੈਣੀ ਤੇ ਫਿਰ ਸੁਲਤਾਨਪੁਰ ਚਲਿਆ ਜਾ। ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਦੇਵੀ ਦੇ ਭੇਜੇ ਹੋਏ ਭਾਈ ਭਗੀਰਥ ਜੀ ਮਲਸੀਹਾਂ ਤੋਂ ਚਲਦੇ ਚਲਦੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਆਏ। ਜਿਸ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਹੱਟੀ ਸ਼ੌਪ ਕਰਦੇ। ਹੱਟ ਸਾਹਿਬ ਵਾਲੇ ਅਸਥਾਨ 'ਤੇ ਇਤਿਹਾਸ ਨਾਨਕ ਪ੍ਰਕਾਸ਼ ਵਿੱਚ ਜ਼ਿਕਰ ਆਇਆ ਹੈ। ਗੁਰੂ ਜੀ ਵਿਰਾਜਮਾਨ ਸਨ। ਗੁਰੂ ਨਾਨਕ ਦੇਵ ਜੀ ਨੂੰ ਭਾਈ ਭਗੀਰਥ ਜੀ ਨੇ ਮੱਥਾ ਟੇਕਿਆ ਤੇ ਮੱਥਾ ਚੁੱਕਿਆ ਨਹੀਂ ਬਾਲ ਵਿੱਚ। ਨਾ ਚੁੱਕਣ ਤੋਂ ਮੁਰਾਦ ਪਤਾ ਕੀ ਹੈ? ਖਿਮਾ ਕਰਿਓ, ਅੱਜ ਅਸੀਂ ਗੁਰੂ ਨਾਨਕ ਦੇ ਦਰ 'ਤੇ ਮੱਥਾ ਟੇਕਦੇ ਹਾਂ, ਕੱਲ੍ਹ ਕਿਸੇ ਹੋਰ ਦਰ 'ਤੇ ਮੱਥਾ ਟੇਕ ਦਿੰਦੇ ਹਾਂ। ਜਿਹੜਾ ਇਹ ਦਰ 'ਤੇ ਸੀਸ ਝੁਕਾ ਦਿੰਦਾ ਹੈ, ਜੋ ਸੀਸ दर दर पे झुके वो शीस नहीं होता। ਜਿਹੜਾ ਸੀਸ ਦਰ ਦਰ ਤੇ ਝੁਕੇ ਉਹ ਸੀਸ ਹੀ ਨਹੀਂ ਹੈ। ਆਓ ਭਾਈ ਭਗੀਰਥ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਅਮਲੀ ਰੂਪ ਵਿੱਚ ਸਿੱਖ ਬਣ ਜਾਣਾ ਕੀਤਾ। ਗੁਰੂ ਜੀ ਵਾਸਤੇ ਰੋਜ਼ ਦਾਤਨ ਲੈ ਕੇ ਆਉਂਦੇ, ਰੋਜ਼ ਦਾਤਨ ਲੈ ਕੇ ਆਉਂਦੇ। ਇੱਕ ਦਿਨ ਬੇਰੀ ਦੀ ਦਾਤਨ ਲੈ ਕੇ ਆਂਦੀ। ਗੁਰੂ ਜੀ ਨੇ ਦਾਤਨ ਕਰਕੇ ਉੱਥੇ ਗੜ ਦਿੱਤੀ। ਆਖਿਆ ਸਾਡੀ ਯਾਦਗਾਰ ਰਹਿੰਦੀ ਦੁਨੀਆ ਤੱਕ ਰਹੇਗੀ। ਬੇਰੀ ਤੋਂ ਗੁਰਦੁਆਰਾ ਬੇਰ ਸਾਹਿਬ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ।
ਇਸ ਤਰ੍ਹਾਂ ਗੁਰੂ ਜੀ ਰੋਜ਼ ਵਈ ਨਦੀ ਦੇ ਕਿਨਾਰੇ ਇਸ਼ਨਾਨ ਕਰਕੇ ਪ੍ਰਭੂ ਭਗਤੀ ਵਿੱਚ ਲੀਨ ਹੋ ਜਾਂਦੇ। ਜਿਸ ਜਗ੍ਹਾ ਤੇ ਮਹਾਰਾਜ ਜੀ ਸਿਮਰਨ ਕਰਦੇ ਨਾ, ਪ੍ਰਭੂ ਭਗਤੀ 'ਚ ਲੀਨ ਹੁੰਦੇ। ਮਹਾਰਾਜਾ ਕਪੂਰਥਲਾ, ਮਹਾਰਾਜਾ ਪਟਿਆਲਾ ਨੇ ਜਿਸ ਵੇਲੇ ਗੁਰਦੁਆਰਾ ਬੇਰ ਸਾਹਿਬ ਦੀ ਇਮਾਰਤ ਬਣਾਈ, ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਭੋਰਾ ਬਣਾ ਦਿੱਤਾ। ਜਿਸ ਜਗ੍ਹਾ ਤੇ ਮਹਾਰਾਜ ਜੀ ਪ੍ਰਭੂ ਭਗਤੀ ਕਰਦੇ, ਗੁਰੂ ਜੀ ਨੇ ਆਖਿਆ ਨਹੀਂ ਨਾਮ ਜਪੋ, ਆਪ ਨਾਮ ਜਪਿਆ। ਆਖਿਆ ਨਹੀਂ ਧਰਮ ਦੀ ਕਿਰਤ ਕਰੋ, ਆਪ ਧਰਮ ਦੀ ਕਿਰਤ ਕੀਤੀ ਹੈ। ਹੁਣ ਗੁਰੂ ਨਾਨਕ ਦੀ ਹੱਟੀ ਦੇ ਜਿਸ ਵੇਲੇ ਬੱਚਾ ਜਵਾਨ ਬਜ਼ੁਰਗ ਆਇਆ, ਖਾਲੀ ਨਹੀਂ ਗਿਆ, ਝੋਲੀਆਂ ਭਰ ਕੇ ਗਿਆ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਨਾਲ ਦਾਨ ਦਈ ਜਾਂਦੇ। ਨਵਾਬ ਦੌਲਤ ਖਾਂ ਪਾਸ ਸ਼ਿਕਾਇਤ ਕਰ ਦਿੱਤੀ, ਤੇਰਾ ਮੋਦੀ ਨਾਨਕ ਤੇ ਹੱਟੀ ਲੁਟਾਈ ਜਾਂਦਾ ਹੈ। ਇਤਿਹਾਸ ਵਿੱਚ ਜ਼ਿਕਰ ਆਇਆ, ਜਾਦੋ ਰਾਈ ਮੁਨਸ਼ੀ ਨੂੰ ਆਖਿਆ ਹਿਸਾਬ ਕਿਤਾਬ ਕਰੋ, ਕਿਤਨਾ ਸੌਦਾ ਆਇਆ, ਕਿਤਨਾ ਦੁਕਾਨ ਵਿੱਚ ਪਿਆ। ਜਦੋਂ ਹਿਸਾਬ ਕਿਤਾਬ ਕੀਤਾ ਗਿਆ, ਗੁਰੂ ਨਾਨਕ ਜੀ ਦੇ ਉਸ ਸਮੇਂ ਦੇ 135 ਰੁਪਏ ਵੱਧ ਨਿਕਲ ਆਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਘਰ ਵਿੱਚ ਕਦੀ ਘਾਟਾ ਹੈ ਹੀ ਨਹੀਂ ਹੈ। ਨਵਾਬ ਦੌਲਤ ਖਾਂ ਸ਼ਰਮਿੰਦਾ ਹੋਇਆ, ਕਹਿਣ ਲੱਗਾ ਮੈਂ ਕਿਸੇ ਪਾਸੋਂ ਚੁਗਲੀ ਸੁਣੀ ਸੀ, ਤੁਸੀਂ ਤੇ ਬਹੁਤ ਵਧੀਆ ਹੱਟੀ ਕਰਦੇ ਹੋ, ਸ਼ੌਪ ਕਰਦੇ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਮੋਦੀ ਖਾਨੇ ਦੀ ਕਾਰ ਕਰੀ ਗਏ। ਇਸ ਤਰ੍ਹਾਂ ਉਸੇ ਧਰਤੀ ਤੇ ਰਹਿੰਦਿਆਂ ਹੋਇਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਮੁਸਲਮਾਨੀ ਮੱਤ ਦਾ ਫਕੀਰ ਸੀ, ਜਿਸ ਦਾ ਨਾਂ ਸੀ ਅੱਲਾ ਦਿੱਤਾ। ਉਹ ਨਾਟਕੀ ਚੇਟਕੀ ਸੀ। ਅੱਲਾ ਦੀ ਬੰਦਗੀ ਕਰਕੇ ਨਾ ਉਸ ਵਿੱਚ ਕੁਝ ਸ਼ਕਤੀਆਂ ਕਰਾਮਤਾਂ ਆ ਗਈਆਂ। ਯਾਦ ਰੱਖਿਓ, ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਵਤਾਰ ਹੀ ਇਸੇ ਵਾਸਤੇ ਧਾਰਿਆ, ਵਹਿਮਾਂ ਤੇ ਭਰਮਾਂ ਦਾ ਖੰਡਨ ਕਰਨ ਵਾਸਤੇ, ਪਖੰਡ ਦਾ ਖੰਡਨ ਕਰਨ ਦੇ ਵਾਸਤੇ, ਪ੍ਰਭੂ ਭਗਤੀ ਨੂੰ ਉਤਪੰਨ ਕਰਨ ਦੇ ਵਾਸਤੇ। ਗੁਰੂ ਨਾਨਕ ਦੇਵ ਜੀ ਦਾ ਮਨੋਰਥ ਹੀ ਇਹ ਹੈ। ਮੇਰੀਆਂ ਸਤਿਕਾਰਯੋਗ ਭੈਣਾਂ ਮਾਤਾਵਾਂ ਕੀ ਕਹਿੰਦੀਆਂ ਨੇ, ਕੋਈ ਕੱਤਕ ਦੇ ਮਹੀਨੇ 'ਚ ਬਾਲਕ ਜਨਮ ਲੈ ਲਏ ਨਾ ਤੇ ਕਨੇਰ ਦਾ ਮਹੀਨਾ ਮਾੜਾ ਹੁੰਦਾ ਹੈ। ਤੇ ਗੁਰੂ ਨਾਨਕ ਦੇਵ ਜੀ ਨੇ ਕੱਤਕ ਦੀ ਪੂਰਨਮਾਸ਼ੀ ਨੂੰ ਹੀ ਅਵਤਾਰ ਧਾਰਨ ਕੀਤਾ, ਵਹਿਮਾਂ ਤੇ ਭਰਮਾਂ ਦਾ ਖੰਡਨ ਕਰਨ ਦੇ ਵਾਸਤੇ। ਸੋ ਉਹ ਅੱਲਾ ਦਿੱਤਾ ਫਕੀਰ ਕੀ ਕਰਦਾ, ਨਾਟਕੀ ਚੇਟਕੀ ਵਿਖਾ ਕੇ ਲੋਕਾਂ ਨੂੰ ਮਗਰ ਲਾਈ ਜਾਂਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਰੋਜ਼ ਵਈ ਨਦੀ ਤੇ ਇਸ਼ਨਾਨ ਕਰਨ ਵਾਸਤੇ ਜਾਂਦੇ। ਮਹਾਰਾਜ ਜੀ ਨੂੰ ਖਰਬੂਜਾ ਭੇਟ ਕਰ ਦਿੱਤਾ। ਗੁਰੂ ਜੀ ਨੇ ਉਹ ਖਰਬੂਜਾ ਫਾੜੀ ਸਾਰਿਆਂ ਨੂੰ ਵੰਡ ਦਿੱਤਾ। ਸਭ ਨੇ ਛਕ ਲਿਆ। ਗੁਰੂ ਨਾਨਕ ਜੀ ਦਾ ਸਿਧਾਂਤ ਕੀ ਹੈ, ਵੰਡ ਕੇ ਛਕਣ ਦਾ। ਤੇ ਕਹਿਣ ਲੱਗਾ ਗੁਰੂ ਨਾਨਕ ਜੀ, ਇਹ ਤਾਂ ਮੇਰੀ ਰੋਜੀ ਰੋਟੀ ਆ, ਖਰਬੂਜਾ ਵਾਪਸ ਕਰ ਦਿਓ। ਗੁਰੂ ਜੀ ਕਹਿੰਦੇ ਖਾਧਾ ਖਰਬੂਜਾ ਨਹੀਂ ਵਾਪਸ ਹੋ ਸਕਦਾ, ਜਿਹੜਾ ਸਾਧ ਸੰਗਤ ਨੇ ਛਕ ਲਿਆ। ਕਹਿਣ ਲੱਗਾ ਮਹਾਰਾਜ ਤੁਸੀਂ ਸ਼ਕਤੀਆਂ ਵਾਲੇ, ਕਰਾਮਾਤਾਂ ਵਾਲੇ ਹੋ, ਮੇਰਾ ਖਾਧਾ ਖਰਬੂਜਾ ਵੀ ਵਾਪਸ ਕਰ ਸਕਦੇ ਹੋ। ਗੁਰੂ ਨਾਨਕ ਜੀ ਨੇ ਉਸ ਦਾ ਪਾਜ ਉਗਾੜਨਾ ਸੀ। ਮਹਾਰਾਜ ਜੀ ਕਹਿੰਦੇ ਚੰਗਾ ਜੇ ਖਰਬੂਜਾ ਚਾਹੀਦਾ ਤੇ ਵਹੀਂ ਦੇ ਵਿੱਚੋਂ ਆਪਣਾ ਪਛਾਣ ਕੇ ਚੁੱਕ ਲਿਆ। ਜਦੋਂ ਗਿਆ ਤੇ ਵੇਖਿਆ ਵਹੀਂ 'ਚ ਖਰਬੂਜੇ ਆਪਣਾ ਪਛਾਣ ਕੇ ਲਿਆਇਆ ਚੁੱਕ ਕੇ। ਕਹਿੰਦਾ ਮਹਾਰਾਜ ਇੱਕ ਫਾੜੀ ਘੱਟ ਹੈ, ਖਰਬੂਜਾ ਤੇ ਮੇਰਾ ਹੀ ਹੈ। ਗੁਰੂ ਜੀ ਨੇ ਆਖਿਆ ਜਿਹੜਾ ਸਾਧ ਸੰਗਤ ਨੇ ਖਾਧਾ ਸੀ ਪੂਰਾ ਕਰਤਾ, ਜਿਹੜਾ ਇੱਕ ਫਾੜੀ ਤੂੰ ਖਾਧਾ ਹੈ, ਤੂੰ ਆਪਣੇ ਆਪ ਨੂੰ ਕਰਾਮਾਤਾਂ ਸ਼ਕਤੀਆਂ ਵਾਲਾ ਕਹਾਣਾ, ਉਹ ਤੂੰ ਪੂਰਾ ਕਰ ਦੇ। ਇਤਿਹਾਸ ਵਿੱਚ ਲਿਖਿਆ ਮਿਲਦਾ ਹੈ, ਇੱਕ ਮੁਸਲਮਾਨੀ ਮੱਤ ਦੀ ਪੁਸਤਕ ਹੈ ਮੁਸਲਮਾਨ ਕਹਾਵਨ ਮੁਸ਼ਕਲ ਜਾਂ ਹੋਈ, ਉਸ ਵਿੱਚ ਬੜੀ ਵਿਸਥਾਰ ਗਾਥਾ ਲਿਖੀ ਮਿਲਦੀ ਹੈ। ਉਸਨੇ ਬੜੇ ਟਿੱਲ ਲਾਏ ਪਰ ਉਹ ਖਰਬੂਜਾ ਦੀ ਫਾੜੀ ਪੂਰੀ ਨਾ ਹੋ ਸਕੀ। ਗੁਰੂ ਨਾਨਕ ਨੂੰ ਕੌਣ ਜਿੱਤ ਸਕਦਾ ਹੈ? ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤਾਂ ਸਿੱਧਾ ਨੇ ਜਿੱਤਣ ਦਾ ਯਤਨ ਕੀਤਾ, ਮੁਸਲਮਾਨੀ ਮੱਤ ਦੇ ਫਕੀਰਾਂ ਨੇ ਜਿੱਤਣ ਦਾ ਯਤਨ ਕੀਤਾ ਪਰ ਜਿੱਤ ਨਹੀਂ ਸਕੀ। ਸੋ ਉਸ ਸਮੇਂ ਢਹਿ ਕੇ ਚਰਨੀ ਪੈ ਗਿਆ ਸੀ। ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਸੀ? ਮਹਾਰਾਜ ਜੀ ਨੇ ਕਿਹਾ ਤੂੰ ਮੁਸਲਮਾਨ ਹੈ, ਅੱਲਾ ਦੀ ਬੰਦਗੀ ਕਰਿਆ ਕਰ, ਇਹ ਕੰਮ ਛੱਡ ਦੇ।
ਸੋ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਅਮਲੀ ਰੂਪ ਵਿੱਚ ਸਿੱਖ ਬਣ ਗਿਆ। ਜਦੋਂ ਅਮਲੀ ਰੂਪ ਵਿੱਚ ਸਿੱਖ ਬਣਿਆ ਤੇ ਮਹਾਰਾਜ ਜੀ ਦੀ ਚਰਨ ਪਹੁਲ ਲਈ ਤੇ ਨਾਂ ਚੇਂਜ ਹੋ ਗਿਆ। ਨਾਂ ਕੀ ਪੈ ਗਿਆ? ਖਰਬੂਜੇ ਸ਼ਾਹ ਫਕੀਰ। ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦਾਸ ਦੀ ਵਿਦਿਆ ਗੁਰੂ ਸੰਤ ਬਾਬਾ ਜਗਜੀਤ ਸਿੰਘ ਜੀ ਹਰਖੋਵਾਲ ਵਾਲਿਆਂ ਨੇ ਉਸ ਦੀ ਫੋਟੋ ਬਣਾ ਕੇ ਦਰਸ਼ਨ ਡੂੜੀ 'ਚ ਲਗਾਈ ਹੋਈ ਹੈ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਨਾਨਕ ਜੀ ਨੇ ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਤਿੰਨੇ ਸੁਨਹਿਰੀ ਅਸੂਲ ਸਾਨੂੰ ਆਖਿਆ ਨਹੀਂ, ਆ ਪ੍ਰੈਕਟੀਕਲ ਕਰਕੇ ਸਾਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਦਰਸਾਏ ਨਹੀਂ। ਸੋ ਸਮਾਂ ਆਪਣੀ ਚਾਲ ਚੱਲਦਾ ਗਿਆ। ਗੁਰੂ ਮਹਾਰਾਜ ਜੀ ਇਸ ਤਰ੍ਹਾਂ ਵਈ ਨਦੀ 'ਚ ਰੋਜ਼ ਇਸ਼ਨਾਨ ਕਰਨ ਵਾਸਤੇ ਜਾਂਦੇ ਤੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਮੇਂ ਅਨੁਸਾਰ ਉਸੇ ਧਰਤੀ ਤੇ ਰਹਿੰਦਿਆਂ ਹੋਇਆਂ ਗ੍ਰਸਤੀ ਜੀਵਨ ਨੂੰ ਵੀ ਧਾਰਨ ਕੀਤਾ। ਗੁਰੂ ਨਾਨਕ ਜੀ ਨੇ ਆਖਿਆ ਨਹੀਂ ਗ੍ਰਸਤ ਧਰਮ ਪ੍ਰਧਾਨ ਹੈ। ਜਿਸ ਵੇਲੇ ਮਹਾਰਾਜ ਜੀ ਯਾਤਰਾ ਤੇ ਜਾਂਦੇ ਨੇ ਨਾ, ਤੇ ਭੱਦਰ ਖੰਡ ਵਿੱਚ ਰਾਜੇ ਕੌਲ ਨਾਭ ਨੇ ਸਵਾਲ ਕੀਤਾ, ਗੁਰੂ ਨਾਨਕ ਜੀ ਚਾਰ ਅਸ਼ਰਮ ਨੇ ਕਿਹੜੇ? ਪਹਿਲਾ ਬ੍ਰਹਮਚਾਰਜ, ਦੂਸਰਾ ਗ੍ਰਸਤ, ਤੀਸਰਾ ਬਾਨਪ੍ਰਸਥ, ਚੌਥਾ ਸੰਨਿਆਸ। ਚਾਰਾਂ ਚੋਂ ਮਹਾਨ ਕਿਹੜਾ ਹੈ? ਗੁਰੂ ਨਾਨਕ ਜੀ ਨੇ ਆਖਿਆ ਨਹੀਂ ਗ੍ਰਸਤ ਧਰਮ ਪ੍ਰਧਾਨ ਹੈ। ਮਹਾਰਾਜ ਜੀ ਨੇ ਆਪ ਗ੍ਰਸਤੀ ਜੀਵਨ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਰਹਿੰਦਿਆਂ ਹੋਇਆਂ ਧਾਰਨ ਕਰ ਲਿਆ ਸੀ। ਗੁਰੂ ਜੀ ਦੀ ਬਰਾਤ ਬਟਾਲੇ ਨਗਰ ਵਿਖੇ ਚੜ੍ਹ ਕੇ ਗਈ। ਅੱਜ ਵੀ ਮਹਾਰਾਜ ਜੀ ਦੀ ਯਾਦ ਵਿੱਚ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਹਰ ਸਾਲ ਬਟਾਲੇ ਨਗਰ ਵਿਖੇ ਜਾਂਦਾ ਹੈ। ਸੋ ਜਿਸ ਧਰਤੀ 'ਤੇ ਮਹਾਰਾਜ ਜੀ ਦੀ ਲਾਵਾਂ ਦੀ ਰਸਮ ਅਦਾ ਹੋਈ, ਉਸ ਦਾ ਨਾਮ ਗੁਰਦੁਆਰਾ ਡੇਰਾ ਸਾਹਿਬ ਹੈ। ਉੱਥੇ ਬਟਾਲਾ ਵਿਖੇ ਗੁਰਦੁਆਰਾ ਕੰਧ ਸਾਹਿਬ ਵੀ ਹੈ। ਉਸ ਦੀ ਗਾਥਾ ਇੰਝ ਹੈ, ਇੱਕ ਬਜ਼ੁਰਗ ਮਾਤਾ ਨੇ ਆਖਿਆ, ਇਹ ਕੰਧ ਤਾਂ ਡਿੱਗਣ ਵਾਲੀ, ਇਸ ਤੋਂ ਪਾਸੇ ਹੋ ਜਾਓ। ਗੁਰੂ ਨਾਨਕ ਜੀ ਨੇ ਆਖਿਆ, ਮਾਤਾ ਜੀ ਇਹ ਕੰਧ ਤਾਂ ਸਾਡੀ ਯਾਦ ਵਿੱਚ ਰਹਿੰਦੀ ਦੁਨੀਆ ਤੱਕ ਰਹੇਗੀ, ਰਹਿੰਦੀ ਦੁਨੀਆ ਤੱਕ। ਅਸੀਂ ਲੋਕਾਂ ਨੇ ਕੀ ਕੀਤਾ, ਉਹ ਕੰਧ ਦੀਆਂ ਚੂੰਡੀਆਂ ਭੜ ਕੇ ਲਿਆਉਣੀਆਂ ਸ਼ੁਰੂ ਕਰ ਦਿੱਤੀਆਂ। ਪ੍ਰਬੰਧਕਾਂ ਨੇ ਉਸ ਨੂੰ ਸ਼ੀਸ਼ੇ ਵਿੱਚ ਉਸਨੂੰ ਮੜਾਇਆ ਹੋਇਆ। ਗੁਰਦੁਆਰਾ ਕੰਧ ਸਾਹਿਬ ਸੁਸ਼ੋਭਿਤ ਹੈ। ਡੇਰਾ ਸਾਹਿਬ ਜਿੱਥੇ ਮਹਾਰਾਜ ਜੀ ਦੀ ਲਾਵਾਂ ਦੀ ਰਸਮ ਅਦਾ ਹੋਈ, ਪੁਰੋਹਿਤ ਨੇ ਆਖਿਆ ਲਾਵਾਂ ਅਗਨੀ ਦੁਆਲੇ ਹੋਣਗੀਆਂ, ਬੇਦੀ ਦੁਆਲੇ। ਗੁਰੂ ਨਾਨਕ ਜੀ ਨੇ ਆਖਿਆ ਨਹੀਂ। ਕਿਸ ਦੁਆਲੇ ਲਾਵਾਂ ਹੋਣਗੀਆਂ? ਗੁਰੂ ਜੀ ਨੇ ਮੂਲ ਮੰਤਰ ਲਿਖ ਦਿੱਤਾ ਉੱਪਰ। ਇੱਕ ਕਾਗਜ਼ ਕਲਮ ਦਵਾਤ ਮੰਗਾਈ, ਅੱਜ ਕੱਲ੍ਹ ਆਪਾਂ ਪੈਨ ਨਾਲ ਲਿਖਦੇ ਹਾਂ। ਸੋ ਮਹਾਰਾਜ ਜੀ ਨੇ ਉਹ ਮੂਲ ਮੰਤਰ ਚੌਂਕੀ 'ਤੇ ਰੱਖ ਦਿੱਤਾ। ਨਾਮ ਦੇ ਦੁਆਲੇ ਮਹਾਰਾਜ ਜੀ ਨੇ ਇਸ ਤਰ੍ਹਾਂ ਲਾਵਾਂ ਲਈਆਂ ਨੇ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸਮੇਂ ਅਨੁਸਾਰ 1526 ਬਿਕਰਮੀ ਸੰਮਤ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਧਾਰਨ ਕਰਨ ਦਾ ਸੰਮਤ ਹੈ, ਤੇ 1544 ਬਿਕਰਮੀ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਵਾਹ ਦਾ ਸੰਮਤ ਹੈ। 1544 ਤੋਂ ਲੈ ਕੇ 7 ਸਾਲ ਦਾ ਸਮਾਂ ਗੁਜ਼ਰ ਗਿਆ। ਗੁਰੂ ਨਾਨਕ ਜੀ ਦੇ ਰੱਬ ਨੇ ਮਹਾਰਾਜ ਦੇ ਘਰ ਬਾਬਾ ਸ੍ਰੀ ਚੰਦ ਜੀ ਨੇ ਜਨਮ ਵੀ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਗੁਰਦੁਆਰਾ ਗੁਰੂ ਕਾ ਬਾਗ ਵਾਲੇ ਪਾਵਨ ਅਸਥਾਨ ਤੇ ਲਿਆ, ਬਾਬਾ ਸ੍ਰੀ ਚੰਦ ਜੀ ਨੇ। ਸੋ ਬਾਬਾ ਸ੍ਰੀ ਚੰਦ ਜੀ ਬਚਪਨ ਤੋਂ ਹੀ ਬਾਲ ਬ੍ਰਹਮਚਾਰੀ ਸਨ, ਜਿਨ੍ਹਾਂ ਦੇ ਕੰਨਾਂ 'ਚ ਮਾਸ ਦੀਆਂ ਮੁੰਦਰਾਂ ਸਨ। ਸੋ 1553 ਬਿਕਰਮੀ ਸੰਮਤ ਨੂੰ ਗੁਰੂ ਨਾਨਕ ਦੇਵ ਜੀ ਦੇ ਗ੍ਰਹਿ ਵਿਖੇ ਦੂਸਰੇ ਸਾਹਿਬਜ਼ਾਦੇ, ਜਿਨ੍ਹਾਂ ਦਾ ਨਾਮ ਬਾਬਾ ਲਖਮੀ ਦਾਸ ਹੈ, ਉਹਨਾਂ ਨੇ ਜਨਮ ਲਿਆ। ਇਸ ਤਰ੍ਹਾਂ 2 ਸਾਹਿਬਜ਼ਾਦੇ ਸੁਲਤਾਨਪੁਰ ਲੋਧੀ ਦੀ ਧਰਤੀ 'ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗ੍ਰਹਿ ਵਿਖੇ ਸੋ ਜਿਨ੍ਹਾਂ ਦਾ ਅਵਤਾਰ ਹੋਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਤਰ੍ਹਾਂ ਵਈ ਨਦੀ 'ਚ ਰੋਜ਼ ਇਸ਼ਨਾਨ ਕਰਨ ਵਾਸਤੇ ਜਾਂਦੇ। ਇੱਕ ਦਿਨ ਦਾ ਜ਼ਿਕਰ ਹੈ, ਇਸ਼ਨਾਨ ਕਰਨ ਗਏ, ਬਾਹਰ ਨਹੀਂ ਆਏ। ਭਾਈ ਭਗੀਰਥ ਜੀ ਬਸਤਰ ਲੈ ਕੇ ਖੜੇ ਨੇ, ਲੰਮਾ ਸਮਾਂ ਉਡੀਕਦੇ ਰਹੇ। ਉਡੀਕਣ ਤੋਂ ਬਾਅਦ ਨਵਾਬ ਦੌਲਤ ਖਾਨ ਨੂੰ ਖਬਰ ਦਿੱਤੀ, ਤੇਰਾ ਮੋਦੀ ਨਾਨਕ ਤੇ
ਵਈ ਨਦੀ ਚੋਂ ਬਾਹਰ ਨਹੀਂ ਆਇਆ। ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਨਾਨਕ ਜੀ ਡੁੱਬ ਗਏ। ਜਿਤਨੇ ਮੂੰਹ ਉਤਨੀਆਂ ਗੱਲਾਂ। ਲੋਕੀ ਕਹਿਣ ਲੱਗੇ ਹੱਟੀ ਲੁਟਾਈ ਜਾਂਦਾ ਸੀ, ਡਰਦਾ ਮਾਰਾ ਡੁੱਬ ਗਿਆ। ਪਰ ਧੰਨ ਧੰਨ ਬੇਬੇ ਨਾਨਕੀ ਜੀ, ਜਿਨ੍ਹਾਂ ਦਾ ਤੀਸਰਾ ਨੇਤਰ ਖੁੱਲ੍ਹਾ ਹੋਇਆ ਸੀ, ਕਹਿਣ ਲੱਗੇ ਮੇਰਾ ਵੀਰ ਡੁੱਬਣ ਵਾਲਾ ਨਹੀਂ ਹੈ, ਉਹ ਤੇ ਸੰਸਾਰ ਨੂੰ ਤਾਰਨ ਵਾਸਤੇ ਆਇਆ ਹੈ। ਆਓ ਸਾਰੀਆਂ ਸੰਗਤਾਂ ਰਲ ਕੇ ਪੜ੍ਹ ਲਈਏ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਕਲ ਤਾਰਨ ਗੁਰ ਨਾਨਕ ਆਇਆ, ਕਲ ਤਾਰਨ ਗੁਰ ਨਾਨਕ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੇਬੇ ਨਾਨਕੀ ਜੀ ਕਹਿਣ ਲੱਗੇ ਮੇਰਾ ਵੀਰ ਤਾਂ ਸੰਸਾਰ ਨੂੰ ਤਾਰਨ ਵਾਸਤੇ ਆਇਆ, ਉਹ ਕਿੱਥੇ ਡੁੱਬਣ ਵਾਲਾ। ਸੋ ਇਸ ਤਰ੍ਹਾਂ ਇੱਕ ਦਿਨ ਗੁਜ਼ਰਿਆ, 2 ਦਿਨ ਗੁਜ਼ਰਿਆ, ਤੀਸਰੇ ਦਿਨ ਗੁਰੂ ਨਾਨਕ ਜੀ ਮਹਾਰਾਜ ਗੁਰਦੁਆਰਾ ਬੇਰ ਸਾਹਿਬ ਤੋਂ ਚੜ੍ਹਦੇ ਪਾਸੇ, ਸੋ ਜਿੱਥੇ ਗੁਰਦੁਆਰਾ ਸੰਤ ਘਾਟ ਸ਼ੋਭਤ ਹੈ ਨਾ, ਮਹਾਰਾਜ ਜੀ ਉੱਥੋਂ ਪ੍ਰਗਟ ਹੋਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਜੀ ਕਿੱਥੇ ਗਏ ਸਨ, ਸਮਾਂ ਨਹੀਂ, ਮੈਂ ਸਮੇਂ 'ਚ ਹੀ ਰਹਿ ਕੇ ਸਮਾਪਤੀ ਕਰਾਂਗਾ। ਮੈਂ ਆਪ ਸੰਗਤਾਂ ਨਾਲ ਵਿਸਤਾਰ ਵਿੱਚ ਜਾਵਾਂ। ਮਹਾਰਾਜ ਜੀ ਸੱਚਖੰਡ ਗਏ। ਸੋ ਉਸ ਧਰਤੀ 'ਤੇ ਮਹਾਰਾਜ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਿ ਮੂਲ ਮੰਤਰ ਉਚਾਰਨ ਕੀਤਾ। ਗੁਰਦੁਆਰਾ ਸੰਤ ਘਾਟ ਸਾਹਿਬ ਵਾਲੇ ਪਾਵਨ ਸਥਾਨ 'ਤੇ, ਜਿੱਥੇ ਅੱਜ ਕੱਲ੍ਹ ਅਜੂਬਾ ਬਣ ਰਿਹਾ ਹੈ, ਬਹੁਤ ਸੁੰਦਰ। ਸੋ ਇਸ ਤਰ੍ਹਾਂ ਉੱਥੇ ਗੁਰਮਤਿ ਦਾ ਵਿਦਿਆਲਾ ਵੀ ਚੱਲ ਰਿਹਾ ਹੈ। ਰਹੋ ਵਿਚਾਰਾਂ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਉਸੇ ਧਰਤੀ 'ਤੇ ਰਹਿੰਦਿਆਂ ਹੋਇਆਂ ਸਾਨੂੰ ਕੀਰਤਨ ਦੀ ਦਾਤ ਵੀ ਬਖਸ਼ੀ। ਗੁਰੂ ਨਾਨਕ ਦੇਵ ਜੀ ਨੇ ਉਸੇ ਧਰਤੀ 'ਤੇ ਰਹਿੰਦਿਆਂ ਹੋਇਆਂ ਜਦੋਂ ਮਹਾਰਾਜ ਜੀ ਪ੍ਰਗਟ ਹੋਏ, ਸਾਰਾ ਸ਼ਹਿਰ ਉਮੜ ਕੇ ਆਇਆ ਦਰਸ਼ਨ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ। ਨਵਾਬ ਦੌਲਤ ਖਾਂ ਵੀ ਆਇਆ। ਨਵਾਬ ਦੌਲਤ ਖਾਂ ਕਹਿਣ ਲੱਗਾ ਮੈਂ ਤੁਹਾਨੂੰ ਆਪਣਾ ਮੋਦੀ ਸਮਝਦਾ ਸਾਂ, ਤੁਸੀਂ ਤਾਂ ਅੱਲਾ ਦੇ ਅਵਤਾਰ ਹੋ, ਤੁਸੀਂ ਹਿੰਦੂਆਂ ਦੇ ਗੁਰੂ ਕਿ ਮੁਸਲਮਾਨਾਂ ਦੇ ਗੁਰੂ। ਗੁਰੂ ਨਾਨਕ ਜੀ ਨੇ ਆਖਿਆ ਅਸੀਂ ਸਾਰਿਆਂ ਦੇ ਸਾਂਝੇ ਹਾਂ, ਅਵਤਾਰ ਹਮੇਸ਼ਾ ਸਾਂਝੇ ਹੁੰਦੇ ਨੇ ਸਾਰਿਆਂ ਦੇ। ਕਹਿਣ ਲੱਗਾ ਨਵਾਬ ਦੌਲਤ ਖਾਂ ਜੇ ਸਾਂਝੇ ਹੋ ਤੇ ਮੇਰੇ ਨਾਲ ਨਮਾਜ਼ ਪੜ੍ਹੋ ਮਸਜਿਦ ਵਿੱਚ ਚੱਲ ਕੇ। ਗੁਰੂ ਨਾਨਕ ਜੀ ਕਹਿੰਦੇ ਚਲੋ ਨਮਾਜ਼ ਪੜ੍ਹੀਏ। ਸ਼ਹਿਰ ਸੁਲਤਾਨਪੁਰ ਲੋਧੀ ਵਿਖੇ ਫਿਰ ਰੌਲਾ ਪੈ ਗਿਆ ਕਿ ਅੱਜ ਤਾਂ ਬੇਬੇ ਨਾਨਕੀ ਦਾ ਵੀਰ ਮੁਸਲਮਾਨ ਹੋ ਚੱਲਿਆ। ਭਾਈਆ ਜੈ ਰਾਮ ਜੀ, ਗੁਰੂ ਨਾਨਕ ਦੇਵ ਜੀ ਦੇ ਜੀਜਾ ਜੀ ਵੀ ਡੋਲ ਗਏ। ਪਰ ਬੇਬੇ ਨਾਨਕੀ ਜੀ ਕਹਿਣ ਲੱਗੇ ਮੇਰਾ ਵੀਰ ਨਹੀਂ ਜੇ ਮੁਸਲਮਾਨ ਹੋਣ ਲੱਗਾ, ਉਹ ਤੇ ਮੁਸਲਮਾਨਾਂ ਨੂੰ ਨਮਾਜ਼ ਅਦਾ ਕਰਨ ਦੀ ਜਾਚ ਦੱਸ ਕੇ ਆਏਗਾ। ਇੰਝ ਹੀ ਹੋਇਆ। ਜਿੱਥੇ ਮਹਾਰਾਜ ਜੀ ਨੇ ਨਮਾਜ਼ ਅਦਾ ਕਰਨ ਦੀ ਜਾਚ ਦੱਸੀ, ਉਹ ਗੁਰਦੁਆਰੇ ਦਾ ਨਾਂ ਅੰਤਰਜਾਮਤਾ ਹੈ। ਨਵਾਬ ਦੌਲਤ ਖਾਂ ਕਾਜੀ ਆਪਣੇ ਮਤ ਅਨੁਸਾਰ ਕੋਡੇ ਹੋ ਕੇ ਨਮਾਜ਼ ਪੜ੍ਹਦੇ ਨੇ। ਮਹਾਰਾਜ ਜੀ ਖੜੇ ਰਹੇ। ਨਮਾਜ਼ ਪੜ੍ਹਨ ਤੋਂ ਬਾਅਦ ਕਹਿਣ ਲੱਗੇ ਨਮਾਜ਼ ਦੀ ਤੋਹੀਨ ਕੀਤੀ ਹੈ, ਨਮਾਜ਼ ਨਹੀਂ ਪੜ੍ਹੀ। ਗੁਰੂ ਨਾਨਕ ਜੀ ਨੇ ਕੀ ਆਖਿਆ? ਮਹਾਰਾਜ ਜੀ ਕਹਿਣ ਲੱਗੇ ਨਵਾਬ ਜੀ ਤੁਸੀਂ ਤਾਂ ਇੱਥੇ ਨਹੀਂ ਸੀ, ਨਵਾਬ ਇੱਥੇ ਪੇ ਪੜ੍ਹਦੇ ਨਮਾਜ਼, ਇੱਥੇ ਪੇ ਪੜ੍ਹਦੇ ਨਮਾਜ਼, ਤੁਹਾਡਾ ਮਨ ਤੇ ਕਾਬਲ ਕੰਧਾਰ 'ਚ ਘੋੜੇ ਪਿਆ ਖਰੀਦਦਾ। ਅੰਤਰਜਾਮਤਾ ਨਾਲ ਦੱਸਤਾ। ਕਾਜੀ ਬੋਲ ਪਿਆ, ਕਹਿੰਦਾ ਮੇਰੇ ਨਾਲ ਨਮਾਜ਼ ਪੜ੍ਹ ਲੈਂਦੇ। ਕਾਜੀ ਨੂੰ ਗੁਰੂ ਨਾਨਕ ਜੀ ਨੇ ਆਖਿਆ ਤੂੰ ਵੀ ਇੱਥੇ ਨਹੀਂ ਸੈਂ, ਤੇਰਾ ਮਨ ਪਤਾ ਕਿੱਥੇ ਗਿਆ? ਤੇਰੇ ਘਰ ਘੋੜੀ ਸੂਈ ਹੈ, ਉਸਨੇ ਬਸ਼ੇਰੀ ਦਿੱਤੀ ਪਿੱਛੇ ਖੂਹ 'ਚ ਨਾ ਡਿੱਗ ਪਵੇ ਕਿਤੇ, ਤੇਰਾ ਮਨ ਤੇ ਉੱਥੇ ਗਿਆ ਹੋਇਆ। ਮਤਾ ਸਮਝ ਲਿਓ। ਨਵਾਬ ਦੌਲਤ ਖਾਂ ਦੇ ਕਾਜੀ ਨੂੰ ਆਖਿਆ ਮਨ ਕਰਕੇ ਭਗਤੀ ਕਰਨੀ ਹੈ। ਸਾਨੂੰ ਸਾਰਿਆਂ ਨੂੰ ਆਖਿਆ ਮਨ ਵੇਚੈ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਮਨ ਕਰਕੇ ਭਗਤੀ ਕਰਨ ਦੀ ਜਾਚ ਵੀ ਮਹਾਰਾਜ ਜੀ ਨੇ ਸਾਨੂੰ ਦੱਸੀ ਉਸੇ ਧਰਤੀ 'ਤੇ। ਇਸ ਤਰ੍ਹਾਂ ਉਸੇ ਧਰਤੀ ਤੋਂ ਮਹਾਰਾਜ ਜੀ ਨੇ ਉਦਾਸੀਆਂ ਧਾਰਨ ਕੀਤੀਆਂ
ਕੇਵਲ ਇੱਕ ਪ੍ਰਸੰਗ ਉਦਾਸੀਆਂ ਦਾ ਤੁਹਾਡੇ ਸਨਮੁਖ ਰੱਖ ਕੇ ਖਿਮਾ ਦਾ ਜਾਚਕ ਹੋ ਜਾਣਾ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਿਥਵੀ ਦਿਸ ਆਈ, ਚੜਿਆ ਸੋਧਨ ਧਰਤ ਲੁਕਾਈ। ਲੁਕਾਈ ਨੂੰ ਸੋਧਣ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 4 ਚੱਕਾਂ ਦੇ 9 ਖੰਡਾਂ 'ਚ ਵਿਚਰਨਾ ਕੀਤਾ। ਮਹਾਰਾਜ ਜੀ ਜਿਸ ਵੇਲੇ ਸਮੇਰ ਪਰਬਤ 'ਤੇ ਗਏ, ਜਿਹੜੇ ਸਿੱਧ 84 ਸਿੱਧ ਜਿਨ੍ਹਾਂ ਵਿੱਚ ਸ਼ਕਤੀਆਂ ਸਨ, ਕਰਾਮਾਤਾਂ ਸਨ, ਮਹਾਰਾਜ ਜੀ ਨੂੰ ਆਪਣੇ ਪੰਥ ਵਿੱਚ ਲਿਆਉਣਾ ਚਾਹੁੰਦੇ ਨੇ, ਪਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਜਿੱਤ ਲੈਣਾ ਕੀਤਾ। ਉਹਨਾਂ ਨੇ ਕੀ ਆਖਿਆ, ਕੰਨਾਂ 'ਚ ਮੁੰਦਰਾਂ ਪਾ ਲਓ, ਪਿੰਡੇ ਦੇ ਸਵਾਹ ਮਲ ਲਓ। ਮਹਾਰਾਜ ਜੀ ਕਹਿੰਦੇ ਅਸੀਂ ਤੇ ਪਿੰਡੇ ਦੇ ਸਵਾਹ ਅੱਗੇ ਮਲੀ ਆ, ਕੰਨਾਂ 'ਚ ਮੁੰਦਰਾਂ ਪਾਈਆਂ। ਕਿਹੜੀਆਂ ਮੁੰਦਰਾਂ? ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਮਹਾਰਾਜ ਜੀ ਨੇ ਸਿੱਧਾਂ ਨਾਲ ਗਿਆਨ ਗੋਸ਼ ਸਮੇਂ ਉਚਾਰਨ ਕੀਤੀ। ਆਖਿਆ ਮੁੰਦਾ ਸੰਤੋਖ ਸਰਮ ਪਰ ਝੋਲੀ, ਧਿਆਨ ਕੀ ਕਰੇ ਬਭੂਤ, ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ ਤਸੈ ਆਦੇਸ, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ। ਸੋ ਇਸ ਤਰ੍ਹਾਂ ਉਹਨਾਂ ਸਾਰੇ ਸਿੱਧਾਂ ਨੂੰ ਜਦੋਂ ਮਹਾਰਾਜ ਜੀ ਨੇ ਜਿੱਤ ਲਿਆ ਨਾ, ਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ 'ਚ ਲਿਖਦੇ ਨੇ। ਆਓ ਫਿਰ ਆਪਾਂ ਇਹ ਸਮਾਪਤੀ 'ਤੇ ਫਿਰ ਇਹ ਪੜ੍ਹ ਲਈਏ ਪੰਕਤੀਆਂ। ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਨਾਨਕ ਤੇਰੀ ਵੱਡੀ ਕਮਾਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਧਾਂ ਨੂੰ ਨਹੀਂ ਸੋ ਮੁਸਲਮਾਨੀ ਮੱਧ ਦੇ ਮੱਕੇ ਨੂੰ ਫੇਰਿਆ। ਬੜੇ ਬੜੇ ਬਹਾਵਲਦੀਨ ਪੀਰਾਂ ਦੇ ਪੀਰਾਂ ਨੂੰ ਵੀ ਜਿੱਤਿਆ ਪੱਛੋਂ ਦੀ ਯਾਤਰਾ ਸਮੇਂ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਕੌਣ ਵਰਣਨ ਕਰ ਸਕਦਾ ਹੈ। ਸੋ ਗੁਰੂ ਮਹਾਰਾਜ ਜੀ ਦੇ ਪਾਵਨ ਇਤਿਹਾਸ ਨੂੰ ਆਪ ਸੰਗਤਾਂ ਦੀ ਸਨਮੁਖ ਸੰਖੇਪ ਵਿੱਚ ਦੱਸਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸੋ ਅੰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਮਹਾਂਪੁਰਸ਼ਾਂ ਦਾ ਸ਼ੁਕਰਾਨਾ ਇਸ ਸਥਾਨ 'ਤੇ, ਜੋ ਮਹਾਂਪੁਰਸ਼ ਨੇ, ਜੋ ਬੁਲੰਦਪੁਰੀ ਦੇ ਮਹਾਂਪੁਰਸ਼ ਨੇ, ਉਹਨਾਂ ਨੂੰ, ਔਰ ਮੇਰੇ ਵੀਰ ਭਾਈ ਸਾਹਿਬ ਭਾਈ ਫੌਜਾ ਸਿੰਘ ਸਾਗਰ ਜੋ ਹੈੱਡ ਗ੍ਰੰਥੀ ਨੇ ਇਸ ਸਥਾਨ 'ਤੇ। ਦਾਸ ਨਾਲ ਉਹਨਾਂ ਦਾ ਬੜਾ ਪਿਆਰ ਹੈ, ਬਹੁਤ ਲੰਮੇ ਸਮੇਂ ਬਾਅਦ ਦਾਸ ਨੂੰ ਅੱਜ ਮਿਲੇ ਨੇ। ਸੋ ਉਹਨਾਂ ਦਾ ਵੀ ਸ਼ੁਕਰਾਨਾ ਹੈ, ਸੈਕਟਰੀ ਜੀ ਦਾ, ਪ੍ਰਬੰਧਕ ਕਮੇਟੀ ਦਾ ਸ਼ੁਕਰਾਨਾ ਹੈ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਰਹਿਮਤਾਂ ਕਰਨ, ਸਾਰਿਆਂ ਨੂੰ ਨਾਮਦਾਨ, ਸਿੱਖੀ ਦਾਨ, ਭਰੋਸਾ ਦਾਨ, ਚੜ੍ਹਦੀਆਂ ਕਲਾਂ ਦੀਆਂ ਦਾਤਾਂ ਬਖਸ਼ਿਸ਼ ਕਰਨ। ਦਾਸ ਪਾਸੋਂ ਆਪ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਫਿਰ ਜਦੋਂ ਸਮਾਂ ਬਣਿਆ ਆਪ ਸੰਗਤਾਂ ਦੀ ਦਾਸ ਦਰਸ਼ਨ ਕਰੇਗਾ। ਸਤਿਗੁਰੂ ਮਹਾਰਾਜ ਜੀ ਰਹਿਮਤਾਂ ਕਰਨ ਸਾਰਿਆਂ ਨੂੰ। ਜਿਨ੍ਹਾਂ ਨੇ ਅੰਮ੍ਰਿਤ ਪਾਨ ਨਹੀਂ ਕੀਤਾ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਨ। ਜਿਨ੍ਹਾਂ ਨੇ ਅੰਮ੍ਰਿਤ ਪਾਨ ਕੀਤਾ ਰਹਿਤ ਵਿੱਚ ਪਰਪੱਕ ਹੋਵੋ, ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਭੁੱਲਾਂ ਗਲਤੀਆਂ ਮਾਫ ਕਰਨੀਆਂ। ਬੁਲਾਓ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।